ਸਤ ਕਰਤਾਰ ਧਨ ਨਿਰੰਕਾਰ। ਇਹ ਸਤ ਕਰਤਾਰ ਅਤੇ ਧਨ ਨਿਰੰਕਾਰ ਦੋਵੇਂ ਨਾਰੇ ਇਹ ਨਿਰੰਕਾਰੀਆਂ ਦੇ ਨਹੀਂ ਹੈਗੇ, ਇਹ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ। ਇਸ ਕਰਕੇ ਆਪਾਂ ਨੂੰ ਇਸ ਚੀਜ਼ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ। ਇਹ ਮੇਰੀ ਗੱਲ ਜਿਹੜੀ ਮੈਂ ਦੱਸ ਰਿਹਾ ਇਹ ਵੀ ਇੱਕ ਕੌੜਾ ਸੱਚ ਹੈ, ਕਿਉਂਕਿ ਆਪਾਂ ਇਹੋ ਜਿਹੇ ਸੱਚ ਸੁਣਨ ਦੇ ਆਦੀ ਨਹੀਂ ਹੈਗੇ। ਸੱਚ ਤੇ ਗੱਲ ਸਾਨੂੰ ਕਿਉਂ ਕਰਨੀ ਚਾਹੀਦੀ ਹੈ? ਕਿਉਂਕਿ ਗੁਰਬਾਣੀ ਵਿੱਚ ਲਿਖਿਆ ਹੈ, ਬੋਲੀਐ ਸੱਚ ਧਰਮ ਝੂਠ ਨਾ ਬੋਲੀਏ। ਸੱਚ ਬੋਲਣ ਨੂੰ ਇੰਨੀ ਮਹਾਨਤਾ ਦਿੱਤੀ ਗਈ ਹੈ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਸਾਰੇ ਇਸ ਮਾਤ ਲੋਕ ਤੇ ਹਰ ਸਮਾਜ ਹਰ ਧਰਮ ਦੇ ਵਿੱਚ ਇਹ ਕਿਹਾ ਜਾਂਦਾ ਕਿ ਸੱਚ ਬੋਲਣਾ ਚਾਹੀਦਾ, ਸੱਚ ਬੋਲਣਾ ਚਾਹੀਦਾ। ਤੇ ਬਹੁਤ ਹੱਦ ਤੱਕ ਇਹ ਵੀ ਕਿਹਾ ਜਾਂਦਾ ਕਿ ਇਹ ਕੌੜਾ ਸੱਚ ਹੈ ਜਾਂ ਸੱਚ ਕੌੜਾ ਹੁੰਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਨੇ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੌੜਾ ਸੱਚ ਤੇ ਮਿੱਠਾ ਸੱਚ ਕੀ ਹੁੰਦਾ? ਸਭ ਤੋਂ ਪਹਿਲੀ ਗੱਲ ਤਾਂ ਸੱਚ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ, ਕਦੋਂ ਬੋਲਣਾ ਚਾਹੀਦਾ, ਤੇ ਕੌੜਾ ਸੱਚ ਬੋਲਣਾ ਚਾਹੀਦਾ ਕਿ ਮਿੱਠਾ ਬੋਲਣਾ ਚਾਹੀਦਾ, ਇਹ ਸਾਰੀਆਂ ਗੱਲਾਂ ਹੀ ਵਿਚਾਰਨ ਵਾਲੀਆਂ ਨੇ। ਸਤਿਗੁਰੂ ਜਗਜੀਤ ਸਿੰਘ ਜੀ ਇੱਕ ਵਾਰੀ ਜਾਪਾਨ ਦਰਸ਼ਨ ਦਿੱਤੇ ਸੀ ਤੇ ਉੱਥੇ ਜਿਹੜੇ ਕੋਈ ਲੋਕ ਆਏ ਉਹਨਾਂ ਨੇ ਸਤਿਗੁਰੂ ਜੀ ਨੂੰ ਪ੍ਰਸ਼ਨ ਕੀਤਾ ਕਿ ਉਹ ਕਿਹੜਾ ਧਰਮ ਹੈ ਜਿਹੜਾ ਸਾਂਝਾ ਧਰਮ ਹੈ ਜਿਹਨੂੰ ਸਾਰੇ ਹੀ ਮੰਨ ਸਕਣ। ਤਾਂ ਸਤਿਗੁਰੂ ਜੀ ਨੇ ਇਹੋ ਹੀ ਤੁਕ ਦੱਸੀ ਸੀ ਪੜ੍ਹ ਕੇ ਕਿ ਬੋਲੀਐ ਸੱਚ ਧਰਮ ਝੂਠ ਨਾ ਬੋਲੀ। ਸੋ ਇਸ ਕਰਕੇ ਆਓ ਅੱਜ ਆਪਾਂ ਵੀ ਸੱਚ ਕੀ ਹੈ, ਕੌੜਾ ਸੱਚ ਮਿੱਠਾ ਸੱਚ, ਉਹਦੇ ਤੇ ਮੈਂ ਆਪ ਜੀ ਨੂੰ ਥੋੜ੍ਹੀ ਜਿਹੀ ਬੇਨਤੀ ਕਰਾਂਗਾ। ਸੁਰਜੀਤ ਪਾਤਰ ਜੀ ਸਾਡੇ ਪੰਜਾਬੀ ਦੇ ਮਹਾਨ ਕਵੀ ਨੇ, ਉਹਨਾਂ ਨੇ ਲਿਖਿਆ ਇੰਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ, ਇੰਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਰੱਖ ਲੈ ਮੋਢਾ ਦੇ। ਭਾਵ ਇਹ ਹੈ ਕਿ ਇੰਨਾ ਸੱਚ ਨਾ ਬੋਲਦੇ ਕਿ ਮਰਨ ਤੋਂ ਬਾਅਦ ਤੈਨੂੰ ਚੁੱਕ ਕੇ ਲਿਜਾਣ ਨੂੰ ਚਾਰ ਬੰਦੇ ਰਹਿ ਨਾ ਜਾਣ। ਸੋ ਇਸ ਕਰਕੇ ਸੱਚ ਦੇ ਬਾਰੇ, ਵੈਸੇ ਤਾਂ ਸੱਚ ਦੇ ਬਾਰੇ ਬਹੁਤ ਜ਼ਿਆਦਾ ਕੁਝ ਲਿਖਿਆ ਗਿਆ ਹੈ, ਪਰ ਸੰਖੇਪ ਦੇ ਵਿੱਚ ਇਹ ਹੈਗਾ ਕਿ ਸੱਚ ਨਾਂ ਦੀ ਚੀਜ਼ ਕੋਈ ਨਹੀਂ ਸੰਸਾਰ ਵਿੱਚ ਜੋ ਸਾਡੇ ਮੰਨਣ 'ਚ ਆ ਜਾਵੇ, ਜਿੰਨਾ ਚਿਰ ਆਈ ਰਵੇ ਉਹਨਾਂ ਚਿਰ ਹੀ ਸੱਚ ਹੈ। ਜਦੋਂ ਨਾ ਆਵੇ ਉਦੋਂ ਨਹੀਂ ਸੱਚ, ਕਿਉਂਕਿ ਸਾਡੇ ਵਿਚਾਰ ਤਾਂ ਸਦਾ ਹੀ ਬਦਲਦੇ ਰਹੇ। ਹੁਣ ਇਹਦੇ ਵਿੱਚ ਮੈਂ ਆਪ ਜੀ ਨੂੰ ਸੰਖੇਪ ਦੇ ਵਿੱਚ ਵਿਆਖਿਆ ਇਹਦੀ ਕਰ ਰਿਹਾ। ਜਿਹੜੀਆਂ ਮੇਰੀਆਂ ਪੋਸਟਾਂ ਨੈਟ ਤੇ ਚੱਲਦੀਆਂ ਵੀ ਨੇ, ਜੇ ਆਪ ਜੀ ਉਹਨਾਂ ਨੂੰ ਪੜ੍ਹੋਗੇ ਤਾਂ ਆਪ ਜੀ ਨੂੰ ਹੋਰ ਵੀ ਪੜ੍ਹ ਕੇ ਜ਼ਿਆਦਾ ਸੌਖਾ ਹੋ ਜਾਵੇਗਾ। ਤੇ ਮੇਰੀ ਬੇਨਤੀ ਹੈ ਕਿ ਜਿਹੜੀ ਚੀਜ਼ਾਂ ਮੇਰੀਆਂ ਆਪ ਜੀ ਨੂੰ ਚੰਗੀਆਂ ਲੱਗਦੀਆਂ ਨੇ ਨੈਟ ਤੇ ਫੇਸਬੁੱਕ ਵਗੈਰਾ ਤੇ ਜਾਂ ਵਟਸਐਪ ਤੇ ਪੜ੍ਹਦੇ ਹੋ, ਉਹਨਾਂ ਨੂੰ ਅੱਗੇ ਸ਼ੇਅਰ ਕਰਿਆ ਕਰੋ ਤੇ ਉੱਥੇ ਲਾਈਕ ਵੀ ਕਰ ਦਿਆ ਕਰੋ, ਤਾਂ ਕਿ ਬਹੁਤੇ ਲੋਕ ਉਸ ਗੱਲ ਨੂੰ ਸੁਣ ਕੇ ਪੜ੍ਹ ਕੇ ਤੇ ਉਹਦਾ ਲਾਭ ਲੈ ਸਕਣ। ਸਾਧ ਸੰਗਤ ਜੀ, ਇੱਕ ਹੋ ਸਕਦਾ ਕਈਆਂ ਦੇ ਮਨ ਦੇ ਵਿੱਚ ਆਉਂਦੀ ਹੋਵੇ ਕਿ ਜਦੋਂ ਇਹ ਲਿਖਿਆ ਹੀ ਹੋਇਆ ਕਿ ਸੱਚ ਬੋਲੋ ਤੇ ਇਹ ਧਰਮ ਦੀ ਗੱਲ ਹੈ, ਤੇ ਫਿਰ ਉਹਦੇ ਵਿੱਚ ਇਹਨਾਂ ਗੱਲਾਂ ਦੀ ਕੀ ਲੋੜ? ਇਸ ਕਰਕੇ ਮੈਂ ਸਪਸ਼ਟ ਕਰ ਦੇਵਾਂ ਕਿ ਧਰਮ ਦਾ ਮਤਲਬ
ਅੱਖਾਂ ਮੀਟ ਕੇ ਕਿਸੇ ਗੱਲ ਨੂੰ ਕੋਈ ਹੱਥ ਪਿੱਟੀ ਜਾਣਾ ਨਹੀਂ। ਧਰਮ ਦਾ ਮਤਲਬ ਹੈ ਕਿ ਜੀਵਨ ਸੁਖੀ ਚੱਲੇ। ਧਰਮ ਦੇ ਨਿਯਮ ਉਹ ਹੀ ਨੇ ਜਿਹੜੇ ਸਾਡਾ ਜੀਵਨ ਸੁਖੀ ਚਲਾਉਣ, ਅਤੇ ਧਰਮ ਦੇ ਨਿਯਮਾਂ ਦੇ ਵਿੱਚ ਸਮੇਂ ਅਤੇ ਸਥਾਨ ਨਾਲ, ਟਾਈਮ ਤੇ ਪਲੇਸ ਨਾਲ ਧਰਮ ਦੇ ਨਿਯਮਾਂ ਵਿੱਚ ਪਰਿਵਰਤਨ ਹੋ ਜਾਂਦਾ, ਉਹ ਬਦਲ ਜਾਂਦੇ ਨੇ। ਤੇ ਧਰਮ ਦੇ ਨਿਯਮਾਂ ਨੂੰ ਲਾਗੂ ਵੀ ਸੋਚ ਸਮਝ ਕੇ ਵਿਚਾਰ ਨਾ ਕੀਤਾ ਜਾਂਦਾ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਸਿੱਖਿਆ ਨੂੰ ਵਿਚਾਰ ਕੇ ਮੰਨਣਾ। ਸੋ ਇਸ ਕਰਕੇ ਬੋਲ ਗਿਆ ਸੱਚ ਧਰਮ, ਝੂਠ ਨਾ ਬੋਲ। ਸੱਚ ਬੋਲਣਾ, ਸੱਚ ਬੋਲਣ ਦੇ ਵਿੱਚ ਕੀ ਫਰਕ ਨੇ, ਤੇ ਉਹ ਸੱਚ ਕੌੜਾ ਕਿਉਂ ਹੋ ਜਾਂਦਾ ਤੇ ਮਿੱਠਾ ਕਿਵੇਂ ਹੁੰਦਾ, ਉਹਦੇ ਤੋਂ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ। ਕੌੜਾ ਸੱਚ ਤੇ ਮਿੱਠਾ ਸੱਚ ਕਿਹੜਾ ਹੈ? ਜੋ ਗੱਲ ਸਾਡੇ ਜਾਂ ਸਰੋਤੇ ਦੇ ਵਿਚਾਰਾਂ ਦੇ ਅਨੁਕੂਲ ਹੋਵੇ, ਉਹ ਸੱਚ ਮਿੱਠਾ ਸੱਚ ਹੈ। ਜੋ ਗੱਲ ਸਾਡੇ ਜਾਂ ਸਰੋਤੇ ਦੇ ਵਿਚਾਰਾਂ ਦੇ ਉਲਟ ਹੋਵੇ, ਉਹ ਕੌੜਾ ਸੱਚ ਹੈ। ਤੇ ਵਿਚਾਰਾਂ ਵਿੱਚ ਪਰਿਵਰਤਨ ਆਉਣ ਨਾਲ ਸੱਚ ਦੀ ਮਿਠਾਸ ਤੇ ਕੁੜੱਤਣ ਵਿੱਚ ਫਰਕ ਪੈ ਜਾਂਦਾ। ਕੌੜਾ ਸੱਚ ਉਹ ਹੈ ਜਿਹੜਾ ਮੇਰੇ ਦ੍ਰਿੜ ਹੋ ਚੁੱਕੇ ਵਿਚਾਰਾਂ ਦੇ ਵਿਰੁੱਧ ਹੈ। ਜਿਵੇਂ ਜੇ ਮੈਂ ਇਹ ਮੰਨਦਾ ਕਿ ਪਰਮਾਤਮਾ ਦੀ ਹੋਂਦ ਹੈਗੀ ਹੈ, ਜਿਹੜਾ ਇਹ ਕਹੇਗਾ ਕਿ ਪ੍ਰਭੂ ਦੀ ਹੋਂਦ ਨਹੀਂ, ਉਹ ਮੇਰੇ ਵਾਸਤੇ ਕੌੜਾ ਸੱਚ। ਜਿਹੜੇ ਕਹਿੰਦੇ ਨੇ ਨਹੀਂ ਹੈਗੀ, ਉਹਨਾਂ ਨੂੰ ਮੈਂ ਕਹਾਂਗਾ ਪ੍ਰਭੂ ਦੀ ਹੋਂਦ ਹੈਗੀ ਹੈ, ਉਹਨਾਂ ਵਾਸਤੇ ਉਹ ਕੌੜਾ ਸੱਚ ਹੈ, ਕਿਉਂਕਿ ਉਹਨਾਂ ਦੇ ਵਿਚਾਰਾਂ ਦੇ ਵਿਰੁੱਧ ਹੈ। ਸਾਡੇ ਵਿਚਾਰ ਲਗਾਤਾਰ ਹੀ ਬਦਲਦੇ ਰਹਿੰਦੇ ਨੇ, ਇਸ ਕਰਕੇ ਅਸੀਂ ਸਾਡੇ ਵਿਚਾਰ ਬਦਲਣ ਨਾਲ ਸਾਡੇ ਸੱਚ ਦੀ ਕੁੜੱਤਣ ਅਤੇ ਮਿਠਾਸ ਵੀ ਬਦਲਦੀ। ਇਸ ਤੋਂ ਅੱਗੇ ਸੱਚ ਦੀ ਕੁੜੱਤਣ ਤੇ ਮਿਠਾਸ ਇਹਨਾਂ ਗੱਲਾਂ ਤੇ ਵੀ ਨਿਰਭਰ ਕਰਦੀ ਹੈ ਕਿ ਆਪਾਂ ਕਿਹੜੇ ਸ਼ਬਦਾਂ ਦੇ ਵਿੱਚ ਉਹ ਗੱਲ ਕਹਿ ਰਹੇ। ਇਹ ਬਹੁਤ ਹੀ ਧਿਆਨ 'ਚ ਰੱਖਣ ਵਾਲੀ ਗੱਲ ਹੈ ਕਿ ਅਸੀਂ ਕਿਹੜੇ ਸ਼ਬਦਾਂ ਦੇ ਵਿੱਚ ਕਹਿ ਰਹੇ ਹਾਂ। ਕੁੜੱਤਣ ਉਸੇ ਇੱਕੋ ਹੀ ਗੱਲ ਨੂੰ ਜਿਹੜਾ ਉਹ ਬੋਲੇ ਮਿੱਠੇ ਢੰਗ ਨਾਲ ਕਹਿਤਾ ਜਾਵੇ ਤਾਂ ਨਹੀਂ ਹੁੰਦੀ, ਜਾਂ ਘੱਟ ਹੁੰਦੀ ਹੈ। ਜੇ ਉਹਨੂੰ ਕਰੜੇ ਕੌੜੇ ਸ਼ਬਦਾਂ 'ਚ ਕਿਹਾ ਜਾਵੇ ਤੇ ਜ਼ਿਆਦਾ ਹੋ ਜਾਂਦੀ ਹੈ। ਇੱਕੋ ਹੀ ਗੱਲ ਹੁੰਦੀ ਹੈ, ਉੱਚੀ ਬੋਲ ਕੇ ਕਿਸ ਤਰ੍ਹਾਂ ਦੀ ਆਵਾਜ਼ ਵਿੱਚ ਕਹਿੰਦੇ ਆ, ਇਹ ਸਾਰੀਆਂ ਗੱਲਾਂ ਬੜਾ ਹੀ ਮਾਇਨਾ ਰੱਖਾਂਗੀਆਂ। ਸੋ ਪਿਆਰਿਓ, ਇੱਕ ਪੋਸਟ ਮੇਰੀ ਬਣੀ ਹੋਈ ਹੈ ਸੱਚੇ ਵਿਚਾਰ ਦੇ ਵਿੱਚ, ਸ਼ਾਇਦ ਆਪ ਜੀ ਦੇ ਕੋਲ ਪਹੁੰਚੀ ਹੈ ਕਿ ਨਹੀਂ। ਵੀ ਸੱਚ ਬੋਲਣ ਨੂੰ ਕਹਿੰਦੇ ਤੇ ਸਾਰੇ ਹੀ ਨੇ, ਪਰ ਸੱਚ ਬੋਲ ਲੈਣਾ ਇੱਕ ਹੋਰ ਗੱਲ ਹੈ, ਤੇ ਸੁਣਨ ਲੱਗਿਆ ਸੱਚ ਜਿਹੜਾ ਉਹ ਸੁਣਿਆ ਨਹੀਂ ਜਾਂਦਾ। ਆਪਣੇ ਵਿਚਾਰਾਂ ਦੇ ਵਿਰੁੱਧ ਸੱਚ ਸੁਣਨਾ ਬੜਾ ਔਖਾ ਹੁੰਦਾ। ਫਰਜ਼ ਕਰੋ ਕਿ ਮੈਨੂੰ ਕੋਈ ਕਹਿੰਦਾ ਕਿ ਤੂੰ ਬੜਾ ਬਦਸ਼ਕਲ, ਕੀ ਇਹ ਸੱਚ ਮੈਂ ਸੁਣਾਂਗਾ? ਕਿਸੇ ਨੂੰ ਵੀ ਕੋਈ ਕਹਿੰਦਾ ਕਿ ਤੂੰ ਬੜਾ ਬਦਸ਼ਕਲ ਹੈ, ਮੋਟੇ ਨੂੰ, ਭਾਵੇਂ ਮੈਂ ਬਦਸ਼ਕਲ ਹੀ ਹੋਵਾਂ, ਇਸੇ ਤਰ੍ਹਾਂ ਮੋਟੇ ਨੂੰ ਕੋਈ ਆਖੇਗਾ ਓਏ ਮੋਟੂ ਤੂੰ ਬੜਾ ਮੋਟਾ ਹੈ, ਤੇ ਸੱਚ ਹੈ, ਪਰ ਉਹ ਸੁਣਨ ਨੂੰ ਤਿਆਰ ਨਹੀਂ। ਕਿਸੇ ਨੇ ਚੋਰੀ ਕੀਤੀ ਹੋਵੇ, ਉਹਨੂੰ ਕੋਈ ਆਖੇਗਾ ਤੂੰ ਚੋਰੀ ਕਿਉਂ ਕੀਤੀ ਹੈ, ਤੂੰ ਚੋਰ ਹੈ, ਚੋਰੀ ਤਾਂ ਕੀਤੀ ਹੈ, ਪਰ ਉਹ ਸੁਣਨ ਨੂੰ ਤਿਆਰ ਨਹੀਂ। ਸੋ ਇਹ ਸੱਚ ਨੇ, ਪਰ ਉਹ ਕੌੜੇ ਸੱਚ ਨੇ ਜਿਹੜੇ ਸਾਡੇ ਵਿਚਾਰਾਂ ਦੇ ਵਿਰੁੱਧ ਹੋਣ। ਜਿਹੜਾ ਸੱਚ ਅਸੀਂ ਨਹੀਂ ਸੁਣਨਾ ਚਾਹੁੰਦੇ, ਉਹ ਕੌੜਾ ਸੱਚ ਹੈ। ਅਤੇ ਜੇ ਅਸੀਂ ਆਪਣੇ ਤਕੜੇ ਦੇ ਵਿਰੁੱਧ ਕੌੜਾ ਸੱਚ ਬੋਲੀਏ, ਫਿਰ ਜਿਹੜਾ ਉਹ ਕੁੱਟ ਪੈਂਦੀ ਹੈ ਜਾਂ ਕਸ਼ਟ ਆਉਂਦੇ ਨੇ। ਤੇ ਮਾੜੇ ਦੇ ਵਿਰੁੱਧ ਬੋਲੀਏ ਤੇ ਉਹ ਵਿਚਾਰਾ ਅੰਦਰੋਂ ਅੰਦਰ ਕੁੱਟ ਕੇ ਚੁੱਪ ਕਰ ਜਾਂਦਾ। ਗੱਲ ਤੇ ਉਨੀ ਹੁੰਦੀ ਹੈ,
ਸੋ ਕੌੜਾ ਸੱਚ ਤੇ ਮਿੱਠਾ ਸੱਚ, ਸਭ ਤੋਂ ਪਹਿਲੀ ਗੱਲ ਹੈ ਕਿ ਆਪ ਜੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਸੱਚ ਨਾਂ ਦੀ ਸੰਸਾਰ 'ਚ ਚੀਜ਼ ਹੀ ਕੋਈ ਨਹੀਂ। ਸੱਚ ਉਹ ਹੈ ਜਿਹੜਾ ਸਾਡੇ ਮੰਨਣ ਅੰਦਰ ਆ ਜਾਏ ਤੇ ਜਿੰਨਾ ਚਿਰ ਮੰਨਣ ਅੰਦਰ ਆਇਆ ਰਵੇ। ਜਦੋਂ ਸਾਡੇ ਵਿਚਾਰ ਬਦਲ ਜਾਣ ਉਦੋਂ ਸੱਚ ਵੀ ਬਦਲ ਜਾਂਦਾ। ਇਸੇ ਤਰ੍ਹਾਂ ਵਿਚਾਰ ਸਦਾ ਹੀ ਬਦਲਦੇ ਨੇ ਤੇ ਉਹਦੇ ਨਾਲ ਕੌੜਾ ਸੱਚ ਤੇ ਮਿੱਠਾ ਸੱਚ ਵੀ ਬਦਲ ਜਾਂਦਾ, ਸੱਚ ਦੀ ਕੁੜੱਤਣ ਤੇ ਮਿਠਾਸ ਵੀ ਬਦਲ ਜਾਂਦੀ ਹੈ। ਹੁਣ ਜਿਵੇਂ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਕਿਸੇ ਨੂੰ ਆਪਾਂ ਕਹਿ ਦਿੰਦੇ ਹਾਂ ਕੋਈ ਗੱਲ ਜਿਹੜੀ ਉਹਦੇ ਵਿਚਾਰਾਂ ਦੇ ਵਿਰੁੱਧ ਹੈ, ਜਿਹੜੀ ਗੱਲ ਉਹ ਨਹੀਂ ਸੁਣਨੀ ਚਾਹੁੰਦਾ, ਜਦੋਂ ਆਪਾਂ ਉਹ ਗੱਲ ਕਹਿੰਦੇ ਆ ਫਿਰ ਉਹ ਗੱਲ ਉਹਨੂੰ ਕੌੜੀ ਲੱਗਦੀ ਹੈ, ਸਾਨੂੰ ਨਹੀਂ। ਉਹੋ ਹੀ ਸੱਚ ਜਿਹੜਾ ਅਸੀਂ ਕਿਸੇ ਨੂੰ ਕਿਹਾ ਉਹ ਸਾਡੇ ਵਾਸਤੇ ਕੌੜਾ ਸੱਚ ਨਹੀਂ, ਕਿਉਂਕਿ ਅਸੀਂ ਬੋਲਣ ਵਾਲੇ ਹਾਂ, ਪਰ ਸਰੋਤੇ ਵਾਸਤੇ ਉਹ ਕੌੜਾ ਸੱਚ, ਕਿਉਂਕਿ ਉਹਦੇ ਵਿਚਾਰਾਂ ਦੇ ਵਿਰੁੱਧ ਹੈ, ਉਹਨੂੰ ਉਹ ਗੱਲ ਚੁਭਦੀ ਹੈ। ਸੋ ਇਸ ਕਰਕੇ ਪਿਆਰਿਓ, ਉਹੋ ਹੀ ਗੱਲ ਜਿਹੜੀ ਹੈ ਉਹਨੂੰ ਜੇ ਅਸੀਂ ਮਿੱਠੇ ਸ਼ਬਦਾਂ ਦੇ ਵਿੱਚ ਕਹਿ ਦਈਏ, ਭਾਵ ਜੇ ਅਸੀਂ ਉਸ ਗੱਲ ਨੂੰ ਇਸ ਰੂਪ 'ਚ ਕਹੀਏ, ਜਿਵੇਂ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਕੁਨੀਣ ਦੇਣੀ ਹੈ, ਕੁਨੀਣ ਬੜੀ ਕੌੜੀ ਹੁੰਦੀ ਹੈ ਨਾ, ਤੇ ਉਹਦੇ ਉੱਤੇ ਖੰਡ ਲਪੇਟੀ ਹੋਵੇ, ਸ਼ੂਗਰ ਕੋਟਡ ਕੁਨੀਣ, ਜੇ ਉਹ ਦੇਈਏ ਉਹ ਅੰਦਰ ਲੰਘ ਜਾਂਦੀ ਹੈ, ਅਸਰ ਵੀ ਕਰਦੀ ਹੈ। ਸੋ ਇੱਕੋ ਹੀ ਗੱਲ ਨੂੰ ਜੇ ਅਸੀਂ ਮਿੱਠੇ ਸ਼ਬਦਾਂ 'ਚ ਕਹਿ ਦਈਏ ਤਾਂ ਉਹ ਸੱਚ ਦੀ ਕੁੜੱਤਣ ਘਟ ਜਾਂਦੀ ਹੈ ਜਾਂ ਉੱਕਾ ਹੀ ਨਹੀਂ ਰਹਿੰਦੀ। ਪਰ ਉਹ ਤਾਂ ਕਹਿਣ ਵਾਲੇ 'ਤੇ ਹੈ ਕਿ ਉਹਦੇ ਕੋਲ ਅਕਲ ਕਿੰਨੀ ਕੁ ਹੈ ਤੇ ਸ਼ਬਦ ਭੰਡਾਰ ਕਿੰਨਾ ਕੁ ਵਧੀਆ। ਦੂਸਰੀ ਗੱਲ ਹੈ ਕਿ ਕੋਈ ਵੀ ਮਨੁੱਖ ਇਹ ਨਹੀਂ ਸੁਣਨਾ ਚਾਹੁੰਦਾ ਕਿ ਮੇਰੇ ਵਿੱਚ ਕੋਈ ਔਗਣ ਹੈ, ਮੈਂ ਕੋਝਾਂ, ਮੈਂ ਚੋਰੀ ਕੀਤੀ ਹੈ, ਜਾਂ ਉਹ ਸਾਰੇ ਕੁਝ ਹੁੰਦਿਆਂ ਹੋਇਆਂ ਵੀ ਕੋਈ ਵੀ ਮਨੁੱਖ ਇਹ ਗੱਲ ਨਹੀਂ ਸੁਣਨਾ ਚਾਹੁੰਦਾ। ਸਾਰੇ ਇਹ ਸੁਣਨਾ ਚਾਹੁੰਦੇ ਨੇ ਕਿ ਮੈਂ ਬਹੁਤ ਸੁੰਦਰ ਹਾਂ, ਤੂੰ ਬਹੁਤ ਸੁੰਦਰ ਹੈ, ਤੂੰ ਬਹੁਤ ਚੰਗਾ ਕੰਮ ਕਰਦਾ, ਤੂੰ ਬਹੁਤ ਬੀਬੀ ਹੈ। ਭਾਵੇਂ ਉਹ ਕੋਈ ਬੱਚੇ ਤੋਂ ਲੈ ਕੇ ਬੁੱਢੇ ਤੱਕ, ਅਮੀਰ ਤੋਂ ਲੈ ਕੇ ਗਰੀਬ ਤੱਕ, ਦੁਸ਼ਟ ਤੋਂ ਲੈ ਕੇ ਸੰਤ ਤੱਕ, ਅਤੇ ਦੇਵੀ ਦੇਵਤੇ, ਭਗਵਾਨ, ਪੀਰ, ਪੈਗੰਬਰ ਸਭ ਇੱਕੋ ਹੀ ਗੱਲ ਸੁਣਨਾ ਚਾਹੁੰਦੇ ਨੇ ਕਿ ਤੁਸੀਂ ਬਹੁਤ ਕਿਰਪਾਲੂ ਦਿਆਲੂ ਹੋ, ਤੁਸੀਂ ਬਹੁਤ ਚੰਗੇ ਹੋ। ਸੋ ਸਾਰੇ ਆਪਣੀ ਸ਼ੋਭਾ ਸੁਣਨੀ ਚਾਹੁੰਦੇ ਨੇ। ਜਦੋਂ ਅਸੀਂ ਕਿਸੇ ਦੀ ਸ਼ੋਭਾ ਨਹੀਂ ਕਰਦੇ, ਭਾਵੇਂ ਉਹ ਗੱਲ ਸੱਚੀ ਹੀ ਹੋਵੇ, ਫਰਜ਼ ਕਰੋ ਕਿਸੇ ਨੇ ਕਿਸੇ ਨੂੰ ਕੁੱਟਿਆ ਹੋਵੇ, ਆਪਾਂ ਕਹਿ ਦਈਏ ਕਿ ਤੂੰ ਇਹਨੂੰ ਕੁੱਟਿਆ, ਉਹਦਾ ਸੁਣਨ ਨੂੰ ਜੀ ਨਹੀਂ ਕਰਦਾ। ਸੋ ਇਸ ਕਰਕੇ ਸੱਚ ਦੀ ਕੁੜੱਤਣ ਤੇ ਮਿਠਾਸ, ਇਹਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ, ਵਧਾਇਆ ਜਾ ਸਕਦਾ, ਅਤੇ ਸੱਚ ਦੀ ਕੁੜੱਤਣ ਤੇ ਮਿਠਾਸ ਵਰਤਣ ਤੋਂ ਪਹਿਲਾਂ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਿਹੜਾ ਸੱਚ ਅਸੀਂ ਬੋਲਣ ਲੱਗੇ ਹਾਂ, ਇਹਦੇ परिणाम की होणगे, ਇਹਦੇ ਰਿਜ਼ਲਟ ਕੀ ਹੋਣਗੇ। ਜਿਵੇਂ ਮੈਂ ਆਪ ਜੀ ਨੂੰ ਦੱਸਿਆ ਕਿ ਕੋਈ ਵੀ ਇਹ ਸੁਣਨ ਨੂੰ ਤਿਆਰ ਨਹੀਂ ਕਿ ਮੈਂ ਗਲਤ ਕੰਮ ਕੀਤਾ, ਜਾਂ ਕਿਸੇ ਨੂੰ ਆਖੀਏ ਕਿ ਤੂੰ ਆਹ ਗਲਤ ਕੰਮ ਕੀਤਾ, ਭਾਵੇਂ ਉਹਨੇ ਕਿੱਡਾ ਵੱਡਾ ਗਲਤ ਕੰਮ ਕੀਤਾ ਹੋਵੇ, ਕੋਈ ਵੀ ਇਹ ਚੀਜ਼ ਸੁਣਨ ਨੂੰ ਤਿਆਰ ਨਹੀਂ ਹੈਗਾ। ਇਸ ਕਰਕੇ
ਜਦੋਂ ਉਹ ਨਹੀਂ ਤਿਆਰ ਸੁਣਨ ਨੂੰ, ਆਪਾਂ ਨੂੰ ਸੋਚਣ ਦੀ ਲੋੜ ਹੈ ਕਿ ਕੀ ਆਪਾਂ ਜ਼ਰੂਰ ਸੁਣਾਉਣੀ। ਮਤਲਬ ਸੱਚ ਜਿਹੜਾ ਹੈ ਉਹ ਹਰੇਕ ਸੱਚ ਬੋਲਣ ਵਾਸਤੇ ਨਹੀਂ ਹੁੰਦਾ। ਚੁੱਪ ਰਹਿ ਕੇ ਵੀ ਤੇ ਸਾਡਾ ਗੁਜ਼ਾਰਾ ਹੋ ਸਕਦਾ। ਅੱਛਾ, ਜੇ ਆਪਾਂ ਉਹ ਗੱਲ ਸੁਣਾਉਣੀ ਹੈ ਤੇ ਉਹ ਅਸੀਂ ਕਿਹੜੇ ਸ਼ਬਦਾਂ ਵਿੱਚ ਸੁਣਾਉਣੀ ਹੈ? ਜਿਹਨੂੰ ਅਸਾਂ ਸੁਣਾਉਣੀ ਹੈ ਉਹ ਮਨੁੱਖ ਸਾਡੇ ਤੋਂ ਤਗੜਾ ਹੈ ਕਿ ਮਾੜਾ ਹੈ? ਤੇ ਜੇ ਤੇ ਉਹ ਤਗੜਾ ਹੈ ਤੇ ਜਦੋਂ ਉਹਨੂੰ ਆਖਾਂਗੇ ਕਿ ਤੂੰ ਆ ਬਹੁਤ ਵੱਡਾ ਪਾਪ ਕੀਤਾ, ਤੂੰ ਮੋਟਾ ਹੈ, ਤੂੰ ਕਾਣਾ ਹੈ, ਤੂੰ ਅੰਨ੍ਹਾ ਹੈ, ਕੋਈ ਵੀ ਜਦੋਂ ਆਪਾਂ ਇਹੋ ਜਿਹੀ ਗੱਲ ਕਰਾਂਗੇ, ਸਾਦੀ ਜੀ ਗੱਲ ਹੈ ਕਿ ਕੁੱਟੇਗਾ, ਕਸ਼ਟ ਆਉਣਗੇ। ਉਹਨੂੰ ਜੇ ਆਪਾਂ ਉਸੇ ਗੱਲ ਨੂੰ ਮਿੱਠੇ ਸ਼ਬਦਾਂ ਦੇ ਵਿੱਚ ਕਹਿ ਦਈਏ, ਫਿਰ ਅਗਲੀ ਗੱਲ ਇਸ ਗੱਲ ਤੇ ਹੀ ਨਿਰਭਰ ਕਰਦੀ ਹੈ ਕਿ ਉਹ ਸਾਡੇ ਤੋਂ ਕਿੰਨਾ ਕੁ ਤਗੜਾ ਹੈ ਜਾਂ ਮਾੜਾ ਹੈ, ਜਾਂ ਉਹ ਕਿੰਨਾ ਕੁ ਸ਼ਕਤੀਸ਼ਾਲੀ ਹੈ। ਜੇ ਅਸੀਂ ਇਹ ਕਹਿਣ ਦੀ ਬਜਾਏ ਕਿ ਤੂੰ ਬਹੁਤ ਮਾੜਾ ਕੰਮ ਕੀਤਾ ਹੈ, ਜੇ ਅਸੀਂ ਉਹਨੂੰ ਇਹ ਕਹਿ ਦਈਏ ਕਿ ਭਾਜੀ ਵੀਰ ਜੀ ਆਹ ਕੰਮ ਜਿਹੜਾ ਹੈ ਇਹਦਾ ਕਰਨ ਦਾ ਬੜਾ ਵੱਡਾ ਨੁਕਸਾਨ ਹੋਇਆ, ਵੈਸੇ ਇਹ ਗੱਲ ਵੀ ਨਹੀਂ ਕੋਈ ਸੁਣਨ ਨੂੰ ਤਿਆਰ ਹੈਗਾ ਕਿ ਵੀ ਨੁਕਸਾਨ ਹੋਇਆ, ਪਰ ਇਹ ਗੱਲ ਓਡੀ ਚੁਭਵੀਂ ਨਹੀਂ ਜਿੰਨੀ ਇਹ ਚੁਭਵੀਂ ਹੈ ਕਿ ਤੂੰ ਬੜਾ ਗਲਤ ਕੰਮ ਕੀਤਾ। ਫਿਰ ਉਸ ਤੋਂ ਅੱਗੇ ਜੇ ਅਸੀਂ ਇਹ ਕਹਿ ਦਈਏ ਕਿ ਤੂੰ ਕਿ ਵੀਰ ਜੀ ਆਹ ਕੰਮ ਨਾ ਕਰਦੇ, ਆਪਣਾ ਗੁਜ਼ਾਰਾ ਹੋ ਸਕਦਾ ਸੀ, ਇਸ ਕੰਮ ਨੂੰ ਹੋਰ ਕਿਸੇ ਸੁਚੱਜੇ ਢੰਗ ਨਾਲ ਕਰ ਲਈਏ, ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੇ ਸ਼ਬਦ ਉਹਦੇ ਵਾਸਤੇ ਬਣਾਏ ਜਾ ਸਕਦੇ। ਇਸੇ ਕਰਕੇ ਆਪਣੇ ਪੰਜਾਬੀ ਵਿੱਚ, ਸਿੱਖਾਂ ਦੇ ਵਿੱਚ ਇੱਕ ਸ਼ਬਦ ਪ੍ਰਚਲਿਤ ਹੈ ਕਿ ਅੰਨ੍ਹਿਆਂ ਨੂੰ, ਉਦੋਂ ਕਈ ਕੀਰਤਨ ਕਰਨ ਵਾਲੇ ਵੀ ਅੰਨ੍ਹੇ ਹੁੰਦੇ ਸੀ ਤੇ ਉਹਨਾਂ ਨੂੰ ਸਤਿਕਾਰ ਸਹਿਤ ਸੂਰਮਾ ਸਿੰਘ ਜੀ ਆਖਿਆ ਜਾਂਦਾ ਸੀ ਜਾਂ ਮਨਾਖਾ ਕਿਹਾ ਜਾਂਦਾ ਸੀ, ਪਰ ਜ਼ਿਆਦਾ ਹੈਗਾ ਕਿ ਉਹ ਸੂਰਮਾ ਸਿੰਘ ਹੈ। ਤੇ ਅਸਲੀ ਗੱਲ ਇਹ ਹੈਗੀ ਸੀ ਕਿ ਉਹ ਸੂਰਮਾ ਨਹੀਂ, ਭਾਵ ਉਹ ਯੋਧਾ ਨਹੀਂ ਸੀ ਹੈਗਾ, ਉਹ ਤਾਂ ਅੱਖਾਂ, ਉਹ ਵਿਚਾਰੇ ਦੀਆਂ ਦੋਵੇਂ ਹੀ ਅੱਖਾਂ ਨਹੀਂ ਸੀ ਹੈਗੀਆਂ, ਪਰ ਉਹ ਸ਼ਬਦ ਚੁਭਵਾ ਨਹੀਂ ਸੀ ਹੈਗਾ। ਸੋ ਇਸ ਕਰਕੇ ਸੱਚ, ਕੌੜਾ ਸੱਚ ਤੇ ਮਿੱਠਾ ਸੱਚ, ਉਹ ਕੌੜਾ ਸੱਚ ਉਹ ਹੈ ਜਿਹੜਾ ਸਰੋਤੇ ਦੇ ਵਿਚਾਰਾਂ ਦੇ ਵਿਰੁੱਧ ਹੋਵੇ ਜਾਂ ਉਹਨੂੰ ਚੁਭਵਾ ਹੋਵੇ, ਭਾਵੇਂ ਉਹ ਕਿੱਡਾ ਵੀ ਸੱਚ ਹੋਵੇ। ਤੇ ਜਿਹੜਾ ਉਹਦੇ ਅਨੁਕੂਲ ਹੋਵੇ, ਉਹਦੇ ਵਿਚਾਰਾਂ ਦੇ ਅਨੁਕੂਲ ਹੋਵੇ, ਉਹ ਸੱਚ ਨਾਲ ਕੋਈ ਕਸ਼ਟ ਨਹੀਂ ਆਉਂਦੇ ਨਾ। ਉਹ ਸੱਚ ਤਾਂ ਉਹ ਹਾ ਮੇਰੀ ਸਿਫਤ ਕੀਤੀ ਹੈ ਤੇ ਕੁੜਤਾ ਪਾਟਣ ਤੱਕ ਜਾਂਦਾ ਉਹ ਸੱਚ ਸੁਣ ਕੇ। ਗੱਲ ਤੇ ਉਨੀ ਹੁੰਦੀ। ਸੋ ਕੌੜੇ ਸੱਚ ਤੇ ਮਿੱਠੇ ਸੱਚ ਦਾ ਇਹ ਫਰਕ ਹੈ। ਤੇ ਉਹਨੂੰ ਬੋਲਣ ਲੱਗਿਆਂ ਅਸੀਂ ਬੋਲਣਾ ਹੈ ਕਿ ਨਹੀਂ ਬੋਲਣਾ, ਤੇ ਕਿਹੜੇ ਸ਼ਬਦਾਂ 'ਚ ਬੋਲਣਾ ਹੈ, ਕਿਹੋ ਜਿਹੀ ਆਵਾਜ਼ ਵਿੱਚ ਬੋਲਣਾ ਹੈ, ਉੱਚੀ ਆਵਾਜ਼ 'ਚ ਬੋਲਣਾ ਹੈ ਕਿ ਨੀਵੀਂ 'ਚ ਬੋਲਣਾ ਹੈ, ਜੀ ਕਰਕੇ ਬੋਲਣਾ ਹੈ ਕਿ ਓਏ ਕਰਕੇ ਬੋਲਣਾ ਹੈ। ਉਹਦੇ ਨਾਲ ਵੀ ਕੁੜੱਤਣ ਤੇ ਮਿਠਾਸ ਦਾ ਫਰਕ ਪੈ ਜਾਂਦਾ। ਇਹ ਕੌੜੇ ਸੱਚ ਤੇ ਮਿੱਠੇ ਸੱਚ ਦਾ ਹੀ ਉਦਾਹਰਨ ਹੈਗਾ ਜੀ। ਪਰ ਸਤਿਗੁਰੂ ਜੀ ਨੇ ਉਸ ਸਮੇਂ ਇਹ ਚੀਜ਼ ਕਿਸ ਰੂਪ ਵਿੱਚ ਕੀਤੀ, ਅੱਜ ਜੋ ਸਾਨੂੰ ਦੱਸਿਆ ਜਾ ਰਿਹਾ ਹੈ, ਇਹ ਰੂਪ ਉਦਣ ਕੋਈ ਮੌਕੇ ਤੇ ਤਾਂ ਹੈ ਨਹੀਂ ਸੀ ਜਿਹਨੇ ਵੇਖ ਕੇ ਇਹ ਸਾਰਾ ਕੁਝ ਸਾਨੂੰ ਦੱਸਿਆ ਹੋਵੇ ਕਿ ਇਸ ਰੂਪ 'ਚ ਸਤਿਗੁਰੂ ਜੀ ਨੇ ਕੀਤਾ। ਪਰ ਇੱਕ ਗੱਲ ਤਾਂ ਬਹੁਤ ਸਪਸ਼ਟ ਹੈ ਕਿ ਉਹਨਾਂ ਨੇ ਉਹ ਇੱਕ ਚੀਜ਼ ਸਾਹਮਣੇ ਲਿਆ ਦਿੱਤੀ ਜਿਹੜੀ ਕਿ ਲੋਕਾਂ ਦੇ ਧਿਆਨ ਵਿੱਚ ਨਹੀਂ ਸੀ, ਜਾਂ ਜੇ ਧਿਆਨ ਵਿੱਚ ਕਿਸੇ ਦੇ ਮਾੜੀ ਮੋਟੀ ਹੋਵੇਗੀ ਵੀ ਤੇ ਸਭ ਡਰਦੇ ਚੁੱਪ ਸਨ। ਉਹਦੇ ਅੱਗੋਂ ਪਰਿਣਾਮ ਕੀ ਹੋਏ, ਇਹ ਤਾਂ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਇਹ ਗੱਲਾਂ ਨਿਰਭਰ ਕਰਦੀਆਂ ਨੇ। ਉਸ ਮੌਕੇ ਤੇ ਕੀ ਹੋਇਆ, ਕੀ ਮਲਕ ਭਾਗੋ ਇਹ ਗੱਲਾਂ ਸੁਣ ਕੇ ਸਤਿਗੁਰੂ ਜੀ ਦਾ ਸੇਵਕ ਬਣ ਗਿਆ ਕਿ ਜਾਂ ਵਿਰੋਧੀ ਬਣ ਗਿਆ?
ਇੱਥੇ ਇਹ ਕਿਸੇ ਵੀ ਚੀਜ਼ ਦੀ ਸਫਲਤਾ ਜਾਂ ਅਸਫਲਤਾ ਦੇ ਪਿੱਛੇ ਇੱਕ ਨਹੀਂ ਬੜੇ ਹੀ ਕਾਰਨ ਹੁੰਦੇ ਨੇ। ਉਹਨਾਂ ਵਿੱਚੋਂ ਸਾਰੇ ਕਾਰਨ ਜਿਹੜੇ ਨੇ ਉਹ ਸਾਨੂੰ ਸਪਸ਼ਟ ਨਹੀਂ ਹੁੰਦੇ। ਇਹ ਇੱਕ ਜੀਵਨ ਦੀ ਬੜੀ ਕੌੜੀ ਸੱਚਾਈ ਹੈ। ਜਿਵੇਂ ਇਹ ਕਿਹਾ ਜਾਂਦਾ ਨਾ ਕਿ ਨੀਂਹ ਦੀਆਂ ਇੱਟਾਂ ਨਹੀਂ ਦਿਸਦੀਆਂ, ਉੱਪਰ ਦੇ ਜਿਹੜੇ ਗੁੰਬਦ ਨੇ, ਸੋਨੇ ਦੇ ਮਨਾਰੇ, ਉਹ ਹੀ ਦਿਸਦੇ ਨੇ, ਸਵਰਨ ਮਨਾਰੇ ਦਿਸਦੇ ਨੇ। ਪਰ ਇਹ ਤਾਂ ਸੱਚਾਈ ਤਾਂ ਇਹ ਹੈ ਨਾ ਕਿ ਨੀਂਹ ਦੀਆਂ ਇੱਟਾਂ ਤੇ ਹੀ ਮਕਾਨ ਖਲੋਤਾ ਹੁੰਦਾ ਤੇ ਉਹ ਨਹੀਂ ਦਿਸਦੀਆਂ, ਔਰ ਉਹ ਲਿਬੜੀਆਂ ਤਿਬੜੀਆਂ ਹੁੰਦੀਆਂ ਨੇ, ਉਹ ਸੁੰਦਰ ਵੀ ਨਹੀਂ ਹੁੰਦੀਆਂ। ਇਸੇ ਤਰ੍ਹਾਂ ਹਰ ਮਨੁੱਖ, ਹਰ ਸਾਖੀ, ਹਰ ਕਹਾਣੀ, ਹਰ ਚੀਜ਼ ਦੇ ਪਿੱਛੇ ਬਹੁਤ ਕੁਝ ਹੁੰਦਾ ਜਿਹੜਾ ਕਿ ਸਪਸ਼ਟ ਨਹੀਂ ਹੁੰਦਾ ਸਾਡੇ ਕੋਲ। ਪਰ ਇੱਕ ਚੀਜ਼ ਤਾਂ ਬਹੁਤ ਸਪਸ਼ਟ ਹੈ ਕਿ ਸਤਿਗੁਰੂ ਜੀ ਨੇ ਉਹ ਇੱਕ ਚੀਜ਼ ਸਪਸ਼ਟ ਕੀਤੀ। ਹੁਣ ਇੱਥੇ ਦੂਸਰੀ ਗੱਲ ਫਿਰ ਇਹ ਵੀ ਇੱਕ ਆ ਜਾਂਦੀ ਹੈ ਕਿ ਉੱਥੇ ਮਲਕ ਭਾਗੋ ਸਤਿਗੁਰੂ ਜੀ ਦਾ ਸੇਵਕ ਬਣ ਗਿਆ ਕਿ ਨਾ ਬਣ ਗਿਆ, ਅਤੇ ਬੜੇ ਥਾਵਾਂ ਤੇ ਸਤਿਗੁਰੂ ਜੀ ਨੂੰ ਕਸ਼ਟ ਝੱਲਣੇ ਪਏ। ਹੁਣ ਸਤਿਗੁਰੂ ਜੀ ਕਿੰਨੇ ਕਸ਼ਟ ਝੱਲ ਸਕਦੇ ਸੀ, ਕਿੰਨੇ ਨਿਡਰ ਸਨ, ਕਿੰਨੇ ਸ਼ਕਤੀਸ਼ਾਲੀ ਸਨ, ਪ੍ਰਭੂ ਰੂਪ ਸਨ। ਸਤਿਗੁਰੂ ਜੀ ਨੇ ਤਾਂ ਪਰਮਾਤਮਾ ਨੂੰ ਵੀ ਕਹਿ ਦਿੱਤਾ, ਇਤੀ ਮਾਰ ਪਈ ਪਰਨਾਣੇ ਤੈ ਕੀ ਦਰਦ ਨਾ ਆਇਆ। ਕੀ ਸਾਡੇ ਤੋਂ ਵੀ ਕੋਈ ਆਖੇਗਾ ਪਰਮਾਤਮਾ ਨੂੰ? ਕਿ ਆਪਾਂ ਤੇ ਕਿਸੇ ਛੋਟੇ ਜਿਹੇ ਨੂੰ ਨਹੀਂ ਕਹਿ ਸਕਦੇ, ਆਪਣੇ ਤੋਂ ਤਗੜੇ ਨੂੰ। ਫਿਰ ਅਸੀਂ ਆਖਾਂਗੇ ਨਹੀਂ ਨਹੀਂ ਪਰਮਾਤਮਾ ਤਾਂ ਬੜਾ ਦਿਆਲੂ ਹੁੰਦਾ ਹੈ, ਪਰਮਾਤਮਾ ਨੂੰ ਆਖਾਂਗੇ ਤੇ ਪਾਪ ਲੱਗੇਗਾ। ਔਰ ਸਤਿਗੁਰੂ ਜੀ ਨੇ ਤੇ ਉੱਤੇ ਸਪਸ਼ਟ ਬਚਨ ਕਰ ਦਿੱਤਾ ਨਾ ਕਿ ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਅਤੇ ਸੋ ਇਸ ਕਰਕੇ ਇਹ ਜਿਹੜਾ ਸੱਚ ਕਹਿਣ ਵਾਲਾ, ਕੌੜਾ ਸੱਚ ਕਹਿਣ ਵਾਲਾ, ਉਹ ਕਿੰਨਾ ਕੁ ਸ਼ਕਤੀਸ਼ਾਲੀ ਹੈ, ਕਿੰਨਾ ਕੁ ਨਿਡਰ ਹੈ, ਇਸ ਗੱਲ ਤੇ ਵੀ ਨਿਰਭਰ ਕਰਦਾ। ਪਰ ਇਹ ਤਾਂ ਹੈ ਹੀ ਹੈ ਨਾ ਕਿ ਸਤਿਗੁਰੂ ਜੀ ਨੇ ਉੱਥੇ ਉਹ ਕਿਰਪਾ ਕੀਤੀ ਕਿ ਉਹਦੇ ਨਾਲ ਇੱਕ ਲੋਕ ਝਟਕਾ ਦੇ ਕੇ ਇੱਕ ਨਵੀਂ ਚੀਜ਼ ਸਾਹਮਣੇ ਲਿਆ ਕੇ ਲੋਕਾਂ ਦੀਆਂ ਅੱਖਾਂ ਖੋਲੀਆਂ। ਭਾਵੇਂ ਉਹ ਸੱਚ ਜਿਹੜਾ ਉਹ ਕੌੜਾ ਸੀ ਜਾਂ ਮਿੱਠਾ ਸੀ, ਕਿਸ ਰੂਪ 'ਚ ਹੋਇਆ ਉਹ ਇੱਕ ਵੱਖਰੀ ਗੱਲ ਹੈ। ਇਹ ਵੀ ਹੋ ਸਕਦਾ ਕਿ ਸਤਿਗੁਰੂ ਜੀ ਨੇ ਆਪਣੀ ਰਚਨਾ ਤੋਂ ਸੱਚ ਬੋਲਿਆ ਨਾ ਹੋਵੇ, ਕਿਉਂਕਿ ਅਸੀਂ ਸੱਚ ਉਹਨੂੰ ਕਹਿੰਦੇ ਆ ਨਾ ਕਿ ਬੋਲੇ ਜਾਣ ਵਾਲੇ ਸੱਚ ਨੂੰ ਆਮ ਤੌਰ ਤੇ ਆਪਾਂ ਸੱਚ ਕਹਿੰਦੇ ਆ। ਜੇ ਫਰਜ਼ ਕਰੋ ਉਹਨਾਂ ਨੇ ਦੋਵੇਂ ਪੂੜੀਆਂ ਇਸ ਤਰ੍ਹਾਂ ਕਰਕੇ ਵਿਖਾ ਹੀ ਦਿੱਤੀਆਂ, ਕੁਦਰਤ ਦੀ ਰੋਟੀ ਤੇ ਪੂੜੀਆਂ ਵਿਖਾ ਦਿੱਤੀਆਂ, ਉਹਦੇ ਵਿੱਚੋਂ ਦੁੱਧ ਤੇ ਖੂਨ ਵਗ ਪਿਆ, ਕੀ ਫਿਰ ਬੋਲਣ ਦੀ ਲੋੜ ਰਹਿ ਗਈ ਕਿ ਨਹੀਂ ਰਹਿ ਗਈ? ਸੋ ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਸਾਡੇ ਸਾਹਮਣੇ ਸਪਸ਼ਟ ਨਹੀਂ ਹੈਗੀਆਂ। ਪਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਸ ਤਰ੍ਹਾਂ ਦੇ ਪਰਿਵਰਤਨ ਲਿਆਉਣ ਵਾਲੇ ਮਹਾਂਪੁਰਸ਼ਾਂ ਨੂੰ ਕਸ਼ਟ ਆਉਂਦੇ ਹੀ ਆਉਂਦੇ ਨੇ, ਕਿਉਂਕਿ ਮਨੁੱਖ ਦਾ ਸੁਭਾਅ ਪਰੰਪਰਾਵਾਦੀ ਹੈ ਕਿ ਜੋ ਇੱਕ ਭੇਡ ਚਾਲ ਚੱਲ ਪਈ ਉਹ ਚੱਲ ਪਈ, ਉਸੇ ਨੂੰ ਵੀ ਆਖੀ ਜਾਣਾ ਕਿ ਠੀਕ ਹੈ ਜੀ ਠੀਕ ਹੈ। ਤੇ ਜਦੋਂ ਉਹਦੇ ਵਿੱਚ ਕੋਈ ਪਰਿਵਰਤਨ ਲਿਆਉਣਾ ਕਿਸੇ ਨੇ, ਉਹਦਾ ਫਿਰ ਵਿਰੋਧ ਕਰਨਾ, ਉਹ ਨਹੀਂ ਜੀ ਇਹ ਤੇ ਬਹੁਤ ਗਲਤ ਹੈ, ਇਸ ਤਰ੍ਹਾਂ ਦਾ ਕੁਝ ਵੀ ਹੁੰਦਾ। ਇਹ ਤਾਂ ਨਿਰਭਰ ਕਰਦਾ, ਸਮੇਂ ਤੇ ਨਿਰਭਰ ਕਰਦਾ। ਹਾਂਜੀ ਜੀ, ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਸਾਡੇ ਕੋਲ ਕੁਝ ਸਵਾਲ ਵੀ ਆ ਰਹੇ ਨੇ। ਵੈਸੇ ਤੇ ਮੈਨੂੰ ਲੱਗਦਾ ਹੈ ਕਿ ਆਪ ਜੀ ਨੇ ਜਵਾਬ ਦਿੱਤਾ ਹੀ ਹੈ। ਕੋਈ ਕਿਸੇ ਪਲਵਿੰਦਰ ਸਿੰਘ ਨੇ ਪੁੱਛਿਆ ਹੈ ਕਿ ਸੱਚ ਤੇ ਸੱਚ ਹੀ ਹੈ, ਪਰ ਇਸ ਤਰ੍ਹਾਂ ਠਾਕੁਰ ਜੀ ਆਪ ਜੀ ਮਿੱਠੇ ਸੱਚ ਤੇ ਕੌੜੇ ਸੱਚ ਤੇ ਚਾਨਣਾ ਪਾ ਰਹੇ ਹੋ। ਸਾਨੂੰ ਇਹ ਵੀ ਦੱਸੋ ਕਿ ਮਿੱਠਾ ਸੱਚ ਕਦੋਂ ਬੋਲੀਏ ਤੇ ਕੌੜਾ ਸੱਚ ਕਦੋਂ ਬੋਲੀਏ। ਸੋ ਆਪ ਜੀ। ਹਾਂਜੀ, ਮਿੱਠਾ ਸੱਚ ਤੇ ਕੌੜਾ ਸੱਚ, ਉਹਦੇ ਵਾਸਤੇ ਪਹਿਲੀ ਤਾਂ ਗੱਲ ਹੈ ਕਿ ਹਾਂਜੀ ਮੈਂ ਦੱਸ, ਪਹਿਲੀ ਗੱਲ ਹੈਗੀ ਜੀ ਕਿ ਸਾਨੂੰ ਸੱਚ ਬੋਲਣ ਦੀ ਲੋੜ ਹੈਗੀ, ਇਹ ਵੀ ਸੋਚਣ ਦੀ ਲੋੜ।
ਸੱਚ ਬੋਲਣ ਤੋਂ ਗਾਂ ਉਸ ਤੋਂ ਅਗਲੀ ਗੱਲ ਹੈਗੀ ਹੈ ਕਿ ਕੀ ਬੋਲਣ ਦੀ ਲੋੜ ਵੀ ਹੈ ਕਿ ਚੁੱਪ ਰਿਹਾ ਹੀ ਕੰਮ ਚੱਲ ਜਾਏਗਾ। ਤੁਹਾਡਾ ਜੀ ਕੋਈ ਸੱਜਣ ਮਿੱਤਰ ਉਹ ਉਹਦੇ ਕੋਝਾ ਹੈ, ਉਹਦਾ ਚਿਹਰਾ ਕੋਝਾ ਹੈਗਾ, ਸੁੰਦਰ ਨਹੀਂ ਹੈਗਾ, ਅੰਨਾ ਕਾਣਾ ਜਾਂ ਕੋਈ ਚਿਹਰੇ ਤੇ ਇਹੋ ਜਿਹੇ ਨਿਸ਼ਾਨ ਨੇ ਕਿ ਉਹਨੂੰ ਇਹ ਕਹਿਣ ਦੀ ਲੋੜ ਹੈਗੀ ਹੈ ਕਿ ਤੂੰ ਅੰਨਾ ਤੂੰ ਕਾਣਾ ਕਿ ਤੇਰਾ ਚਿਹਰਾ ਬੜਾ ਕੋਝਾ। ਕਿ ਆਪਾਂ ਚੁੱਪ ਜੀ ਕਰਕੇ ਨਹੀਂ ਗੁਜ਼ਾਰਾ ਹੁੰਦਾ। ਜੇ ਚੁੱਪ ਨਾ ਰਿਹਾ ਜਾਵੇ, ਭਲਾ ਢਿੱਡ ਪੀੜ ਹੁੰਦੀ ਹੋਵੇ, ਉਹ ਗੱਲ ਅੰਦਰ ਨਾ ਹੀ ਜਰੀ ਜਾਂਦੀ ਹੋਵੇ ਤੇ ਕੋਈ ਡਾਕਟਰ ਤੋਂ ਦਵਾਈ ਲੈ ਕੇ ਖਾ ਲਵੇ, ਨਹੀਂ ਤੇ ਕਿਸੇ ਕੰਧ ਕੋਲ ਜਾ ਕੇ ਆਖ ਦੇਵੇ। ਜ਼ਰੂਰ ਉਹਦੇ ਮੂੰਹ ਤੇ ਆਖਣਾ ਕਿ ਵੀ ਤੂੰ ਬੜਾ ਕੋਝਾ ਹੈਗਾ। ਚੁੱਪ ਜੀ ਕੀਤਿਆਂ ਤੇ ਕੰਮ ਚੱਲ ਸਕਦਾ। ਮਤਲਬ ਅੱਗੋਂ ਕਿਹੜਾ ਸੱਚ ਬੋਲ, ਅਸੀਂ ਕਿਉਂ ਬੋਲਣਾ ਕਿਉਂ ਹੈ? ਪਹਿਲੀ ਗੱਲ ਹੈ ਬੋਲਣਾ ਹੀ ਕਿਉਂ ਹੈ, ਤੇ ਫਿਰ ਸੱਚ ਕਿਉਂ ਬੋਲਣਾ ਹੈ, ਫਿਰ ਉਹ ਕੌੜਾ ਬੋਲਣਾ ਕਿ ਮਿੱਠਾ ਬੋਲਣਾ ਹੈ। ਇਹ ਤਾਂ ਹਰ ਮਨੁੱਖ ਦੇ ਆਪਣੇ ਆਪਣੇ ਹਾਲਾਤ ਹੁੰਦੇ ਨੇ ਔਰ ਉਹ ਸਮੇਂ ਨਾਲ ਬਦਲਦੇ ਨੇ। ਜੀ ਸਮੇਂ ਨਾਲ ਬਦਲਦੇ ਨੇ, ਇੱਕੋ ਹੀ ਗੱਲ ਸਾਰੇ ਥਾਵਾਂ ਤੇ ਨਹੀਂ ਲਾਗੂ ਹੋ ਸਕਦੀ। ਇਸ ਕਰਕੇ ਮੈਂ ਇੱਕੋ ਗੱਲ ਹੀ ਨਹੀਂ ਦੱਸ ਸਕਦਾ, ਪਰ ਸੰਖੇਪ 'ਚ ਇਹ ਹੈ ਕਿ ਜਿਹੜੀ ਗੱਲ ਆਖੇ ਤੋਂ ਬਿਨਾਂ ਗੁਜ਼ਾਰਾ ਹੁੰਦਾ ਹੋਵੇ ਉਹ ਨਾ ਆਖੋ। ਜਿਹੜੀ ਆਖਣ ਦੀ ਲੋੜ ਪਵੇ ਉਹਨੂੰ ਸੋਚ ਸਮਝ ਕੇ ਚੰਗੇ ਸ਼ਬਦਾਂ ਦੇ ਵਿੱਚ ਉਹਨੂੰ ਦੱਸਿਆ ਜਾਵੇ ਕਿ ਭਾਈ ਵੀਰ ਜੀ, ਭੈਣ ਜੀ, ਜਾਂ ਜੋ ਵੀ ਹੈਗਾ ਕਿ ਇਹ ਗੱਲ ਇਸ ਤਰ੍ਹਾਂ ਹੈ, ਇਹਨੂੰ ਇਸ ਤਰ੍ਹਾਂ ਕੀਤਾ ਜਾਵੇ। ਉਹ ਇਹ ਨਿਰਭਰ ਕਰਦਾ ਸਾਰੇ ਉਹਨਾਂ ਹਾਲਾਤਾਂ ਦੇ ਉੱਤੇ। ਸੋ ਇਸ ਕਰਕੇ ਇਹ ਇੱਕੋ ਹੀ ਕੋਈ ਵੀ ਗੱਲ ਨਹੀਂ ਹੋ ਸਕਦੀ, ਇਹਦੇ ਵਾਸਤੇ ਨਹੀਂ ਕਹੀ ਜਾ ਸਕਦੀ। ਜੀ ਜੀ ਸੋ ਦਰਸ਼ਕ ਬੜੇ ਧਿਆਨ ਨਾਲ ਸੁਣ ਰਹੇ ਨੇ ਜੀ। ਇਸੇ ਤਰ੍ਹਾਂ ਦਾ ਕੋਈ ਹੋਰ ਵੀ ਸਵਾਲ ਆਇਆ। ਰਜਿੰਦਰ ਸਿੰਘ ਪੁੱਛਦੇ ਨੇ ਜੀ ਕਿ ਉਹ ਸੱਚ ਬੋਲਣਾ ਚਾਹੀਦਾ ਹੈ ਜਿਹਦੇ ਨਾਲ ਕਿਸੇ ਦਾ ਭਲਾ ਹੋਵੇ, ਪਰ ਉਹ ਸੱਚ ਸੁਣ ਕੇ ਆਪਸੀ ਰਿਸ਼ਤੇ ਵਿੱਚ ਦਰਾੜ ਪੈ ਜਾਂਦੀ ਹੈ। ਅਸੀਂ ਉਹ ਸੱਚ ਰਿਸ਼ਤਾ ਬਣਾਉਣ ਲਈ ਨਾ ਬੋਲਿਆ ਜਾਵੇ ਜਾਂ ਇਨਸਾਨ ਦੇ ਭਲੇ ਲਈ ਉਹ ਸੋਚ ਕੇ ਬੋਲਦੇ ਆ, ਭਾਵੇਂ ਆਪਸੀ ਰਿਸ਼ਤਾ ਖਰਾਬ ਹੋ ਜਾਏ। ਇਸ ਤਰ੍ਹਾਂ ਦਾ ਕੁਝ ਪੁੱਛਦੇ ਆ ਜੀ ਕਿ ਰਿਸ਼ਤੇ ਨੂੰ ਸੰਭਾਲਣ ਵਾਸਤੇ ਜਾਂ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਵਾਸਤੇ ਕੀ ਸਾਨੂੰ ਕੌੜਾ ਸੱਚ ਬੋਲ ਦੇਣਾ ਚਾਹੀਦਾ ਹੈ ਜਾਂ ਨਹੀਂ, ਜਾਂ ਕਿਸੇ ਦਾ ਭਲਾ ਕਰਨਾ ਹੋਵੇ ਤਾਂ। ਇਹ ਉਹੀ ਗੱਲ ਹੈ ਜੀ ਕਿ ਸਾਨੂੰ ਸੱਚ ਕਿਸ ਤਰ੍ਹਾਂ ਦਾ, ਕਿਹੋ ਜਿਹਾ, ਕੀ ਬੋਲਣਾ ਚਾਹੀਦਾ, ਹਰੇਕ ਥਾਂ ਤੇ ਨਿਰਭਰ ਕਰਦਾ। ਗੱਲ ਭਲਾ ਹੁੰਦਾ ਹੈ। ਹੁਣ ਦੇਖੋ ਨਾ, ਭਲਾ ਉਹਦਾ ਅਸੀਂ ਸਮਝਦੇ ਹਾਂ ਕਿ ਉਹਦਾ ਭਲਾ ਹੋਵੇਗਾ। ਉਹਦਾ ਭਲਾ ਹੋਵੇਗਾ ਕਿ ਨਹੀਂ ਹੋਵੇਗਾ, ਪਹਿਲੀ ਤਾਂ ਗੱਲ ਹੈ ਕਿ ਇਹ ਵੀ ਗੱਲ ਇੱਕ ਸ਼ੱਕੀ ਹੈ। ਦੂਸਰੀ ਗੱਲ ਇਹ ਹੈਗੀ ਹੈ ਜੀ ਕਿ ਜਿਹਦਾ ਅਸੀਂ ਭਲਾ ਕਰਨਾ ਚਾਹੁੰਦੇ ਹਾਂ, ਕੀ ਉਹ ਸਾਡੀ ਗੱਲ ਨੂੰ ਭਲੇ ਵਿੱਚ ਲਵੇਗਾ ਕਿ ਉਹ ਉਸ ਗੱਲ ਨੂੰ, ਜਿਵੇਂ ਉਹਨਾਂ ਨੇ ਪ੍ਰਸ਼ਨਕਰਤਾ ਨੇ ਪੁੱਛਿਆ ਹੀ ਹੈ ਕਿ ਉਹਦੇ ਨਾਲ ਜਿਹੜਾ ਉਹ ਹਾਲਾਤ ਖਰਾਬ ਹੋ ਜਾਣ, ਰਿਸ਼ਤੇ ਖਰਾਬ ਹੋ ਜਾਣ, ਜੇ ਉਹ ਭਲਾ ਨਹੀਂ ਸਮਝਦਾ ਕਿ ਅਸੀਂ ਫੇਰ ਵੀ ਬੋਲਣਾ। ਇਹ ਨਿਰਭਰ ਕਰਦਾ। ਕਈ ਵਾਰੀ ਤਾਂ ਉਹ ਸਾਡਾ ਬੋਲੇ ਤੇ ਰਿਸ਼ਤਾ ਖਰਾਬ ਵੀ ਹੋ ਜਾਏ, 2-4 ਸਾਲਾਂ ਬਾਅਦ ਅਗਲਾ ਆਖੇਗਾ ਹਾਂ ਬਈ ਤੂੰ ਉਦੋਂ ਗੱਲ ਆਖੀ ਸੀ, ਮੈਂ ਨਹੀਂ ਸੁਣੀ ਤੇ ਇਤਨਾ ਨਾਰਾਜ਼ ਹੋ ਗਿਆ ਸੀ, ਪਰ ਗੱਲ ਤੇਰੀ ਠੀਕ ਸੀ। ਹੋ ਸਕਦਾ ਉਹ ਨਾ ਹੀ ਆਖੇ। ਇਹ ਔਰ ਫਿਰ ਗੱਲ ਉਹੀ ਹੈ ਕਿ ਜਿਹੜੀ ਗੱਲ ਅਸੀਂ ਕਹਿਣੀ ਹੈ ਉਹ ਅਸੀਂ ਕਿਹੜੇ ਸ਼ਬਦਾਂ ਵਿੱਚ ਕਹਿਣੀ ਹੈ, ਇਹ ਗੱਲ ਤੇ ਬਹੁਤ ਨਿਰਭਰ ਕਰਦਾ। ਭਾਵੇਂ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਕਿਸੇ ਦਾ ਭਲਾ ਕਰਨ ਵਾਲੀ ਗੱਲ ਜਿਹੜੀ ਹੈ ਨਾ ਉਹ ਕਹਿਣੀ ਚਾਹੀਦੀ ਹੈ, ਪਰ ਇਹ ਗੱਲ ਬੜੀ ਸ਼ੱਕੀ ਹੈ ਕਿ ਸਾਡਾ ਸਰੋਤਾ ਉਸ ਗੱਲ ਨੂੰ ਕਿਸ ਰੂਪ 'ਚ ਲਵੇ, ਕਿਉਂਕਿ ਉਹਦੇ ਵਿਚਾਰਾਂ ਦੇ ਵਿਰੁੱਧ ਜਿਹੜੀ ਗੱਲ ਹੈ ਉਹਨੂੰ ਉਹ ਸੁਣ ਕੇ ਖੁਸ਼ ਨਹੀਂ ਹੋਵੇਗਾ। ਇੱਕ ਸਾਦੀ ਜੀ ਗੱਲ। ਸੋ ਉਹ ਜੇ ਤੇ ਉਹ ਸਿਆਣਾ ਹੋਵੇ ਤੇ ਫਿਰ ਤੇ ਸੁਣ ਲਵੇ। ਇਸ ਕਰਕੇ ਇੱਕ ਹੋਰ ਸੁਝਾਅ ਮੈਂ ਦੇਵਾਂਗਾ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਕਿ ਤੁਸੀਂ ਆਪਣੇ ਵਿਚਾਰਾਂ ਦੇ ਵਿਰੁੱਧ ਆਖੀ ਹੋਈ ਕੋਈ ਗੱਲ ਜਿਹੜੀ ਹੈ ਉਹਨੂੰ ਵੀ ਸੁਣਨ ਦਾ ਅਭਿਆਸ ਕਰੋ ਕਿ ਜੇ ਕੋਈ ਮੇਰੇ ਵਿਚਾਰਾਂ ਦੇ ਵਿਰੁੱਧ ਵੀ ਕੋਈ ਗੱਲ ਕਹਿੰਦਾ ਹੈ ਤਾਂ ਅਸੀਂ ਉਸ ਗੱਲ ਨੂੰ ਸੁਣ ਸਕੀਏ। ਨਹੀਂ ਮੰਨਦੇ ਤਾਂ ਕੋਈ ਗੱਲ ਨਹੀਂ ਜੀ,
ਔਰ ਅਸੀਂ ਉਹਨੂੰ ਜਿਹੜਾ ਬੋਲਣ ਵਾਲਾ ਉਹਨੂੰ ਕਹਿ ਦਈਏ ਕਿ ਨਹੀਂ ਵੀਰ ਜੀ ਤੁਹਾਡੇ ਵਿਚਾਰ ਵੱਖਰੇ ਨੇ ਮੇਰੇ ਵੱਖਰੇ ਨੇ, ਪਰ ਉਸ ਗੱਲ ਤੇ ਅਸੀਂ ਗਰਮਾ ਗਰਮੀ ਨਾ ਕਰੀਏ। ਪਰ ਇਹ ਗੱਲ ਬੜੀ ਨਿਰਭਰ ਕਰਦੀ ਹੈ, ਇਹਦੇ ਵਾਸਤੇ ਇੱਕੋ ਹੀ ਉੱਤਰ ਕੋਈ ਨਹੀਂ ਦਿੱਤਾ ਜਾ ਸਕਦਾ ਜਿਹੜਾ ਸਾਰੇ ਥਾਵਾਂ ਤੇ ਲਾਗੂ ਹੋਵੇ। ਹਾਂਜੀ ਇੱਕ ਹੋਰ ਸਵਾਲ ਆਇਆ ਜੀ, ਆਪ ਜੀ ਨੂੰ ਬੇਨਤੀ ਕਰ ਸਕਦੇ ਹਾਂ ਜੀ। ਹੋਰ ਸਵਾਲ ਹੈ, ਹਾਂਜੀ ਸਮਾਂ ਹਾਂਜੀ ਹੋਵੇ ਦੱਸੋ ਤਾਂ। ਜੀ। ਹਾਂਜੀ ਜਸਵੀਰ ਸਮਾਂ ਸੈਣੀ, ਮੁੱਕ ਮੈਨੂੰ ਚੱਲਿਆ, ਲੱਗਦਾ ਹੈ ਦੱਸੋ। ਕਿ ਆਪ ਜੀ ਐਸਾ ਉੱਤਰ ਦੇ ਰਹੇ ਹੋ, ਫਿਰ ਵੀ ਮੈਂ ਸਰੋਤਿਆਂ ਨੂੰ ਸੰਤੁਸ਼ਟ ਕਰਨ ਲਈ ਆਪ ਜੀ ਤੋਂ ਪੁੱਛਣਾ ਚਾਹੁੰਦੀ ਹਾਂ। ਜਸਵੀਰ ਸੈਣੀ ਪੁੱਛ ਰਹੇ ਨੇ ਕਿ ਸੱਚ ਕੌੜਾ ਹੁੰਦਾ ਹੈ, ਇਹ ਅਖਾਣ ਸਾਰੇ ਜਾਣਦੇ ਹਨ, ਫਿਰ ਵੀ ਇਸ ਨੂੰ ਸੁਣਨ ਲੱਗੇ ਤਕਲੀਫ ਕਿਉਂ ਹੁੰਦੀ ਹੈ? ਪ੍ਰਸ਼ਨ ਨੇ ਕਿ ਸੱਚ ਕੌੜਾ ਹੁੰਦਾ ਹੈ, ਸਾਰਿਆਂ ਨੂੰ ਪਤਾ ਹੈ ਤੇ ਫਿਰ ਵੀ ਹਾਂਜੀ ਤਕਲੀਫ ਹੁੰਦੀ ਹੈ। ਇਹਦਾ ਤਾਂ ਜੀ ਬੜਾ ਇੱਕ ਸਾਦਾ ਜਿਹਾ ਹੀ ਉੱਤਰ ਹੈ ਕਿ ਕੋਈ ਕੌੜੀ ਦਵਾਈ ਆਪਾਂ ਖਾਈਏ ਤੇ ਪਤਾ ਹੁੰਦਾ ਕੌੜੀ ਹੈ, ਜਦੋਂ ਮੂੰਹ 'ਚ ਪਾਈਏ ਉਹ ਕੌੜੀ ਨਹੀਂ ਤੇ ਕੌੜੀ ਲੱਗਣਾ ਹੀ ਹੈ। ਹਾਂਜੀ ਜੀ ਬਿਲਕੁਲ ਜੀ। ਸਮਾਪਤ ਕਰੀਏ। ਇੱਕ ਸਾਡੇ ਕੋਲ ਬੜੇ ਸਰੋਤਾ ਜਿਗਿਆਸਾ ਵਾਲੇ ਆਏ ਨੇ ਜੀ, ਉਹ ਵੀ ਜਗਦੇਵ ਖਾਲਸਾ ਨੇ। ਉਹ ਕਹਿੰਦੇ ਨੇ ਬਾਬਾ ਜੀ ਕੌੜਾ ਸੱਚ ਬੋਲਣ ਉਤੇ ਕੀ ਨਤੀਜੇ ਨਿਕਲਦੇ ਹਨ? ਕੌੜਾ ਸੱਚ ਬੋਲਣ ਵਾਲੇ ਨੂੰ ਉਸ ਪ੍ਰਤੀ ਕੀ ਫਲ ਮਿਲ ਸਕਦੇ ਹਨ? ਮੈਂ ਵੈਸੇ ਤੇ ਇਹਨਾਂ ਗੱਲਾਂ ਦੀ ਵਿਆਖਿਆ ਕਰ ਚੁੱਕਿਆ ਜੀ ਕਿ ਕੌੜਾ ਸੱਚ ਤੇ ਮਿੱਠਾ ਸੱਚ ਕੁਝ ਨਹੀਂ ਹੁੰਦਾ। ਜੋ ਵਿਚਾਰਾਂ ਦੇ ਵਿਰੁੱਧ ਹੈ ਉਹ ਕੌੜਾ ਹੈ, ਜਿਹੜਾ ਵਿਚਾਰਾਂ ਦੇ ਅਨੁਸਾਰ ਹੈ ਉਹ ਮਿੱਠਾ ਹੈ। ਤੇ ਫਲ ਕੀ ਮਿਲਦਾ ਉਹਦਾ, ਇਹ ਤਾਂ ਉਸ ਸਮੇਂ ਤੇ ਉਸ ਮਨੁੱਖ ਤੇ, ਹਰ ਮਨੁੱਖ ਦੇ ਹਾਲਾਤ ਵੱਖੋ ਵੱਖਰੇ ਹੁੰਦੇ ਨੇ, ਉਹਨਾਂ ਦੇ ਉੱਤੇ ਨਿਰਭਰ ਕਰਦਾ ਜੀ ਕਿ ਕੀ ਫਲ ਮਿਲੇਗਾ। ਮੈਂ ਅਖੀਰ ਵਿੱਚ ਫਿਰ ਉਹ ਹੀ ਬੇਨਤੀ ਕਰਾਂਗਾ ਕਿ ਅਸੀਂ ਵਿਚਾਰਵਾਨ ਬਣੀਏ। ਗੁਰੂ ਜੀ ਦਾ ਬਚਨ ਹੈ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਵਿਵੇਕ ਬੁੱਧ ਸਭ ਜਗ ਮੈਂ ਨਿਰਮਲ, ਵਿਚਰ ਵਿਚਰ ਰਸ ਪੀਤਾ। ਵਿਵੇਕ ਬੁੱਧੀ ਹੈ ਜਿਹੜੀ ਖਰੇ ਤੇ ਖੋਟੇ ਨੂੰ ਪਰਖਦੀ ਹੈ। ਉਸ ਵਿਵੇਕ ਬੁੱਧੀ ਨੂੰ ਵਰਤਦਿਆਂ ਹੋਇਆਂ ਵਿਚਾਰ ਵਿਚਾਰ ਕੇ ਰਸ ਪੀਓ। ਇਹ ਪੰਜਵੇਂ ਪਾਤਸ਼ਾਹ ਦਾ ਉਚਾਰਿਆ ਹੋਇਆ। ਇਸ ਕਰਕੇ ਆਪਾਂ ਵੀ ਵਿਚਾਰਵਾਨ ਬਣੀਏ, ਕਿਉਂਕਿ ਮਨੁੱਖੀ ਸੁਭਾਅ ਹੈ ਕਿ ਮਨੁੱਖੀ ਸੁਭਾਅ ਮੇਰਾ ਜੀਅ ਕਰਦਾ ਕਿ ਮੈਂ ਦੂਸਰੇ ਨੂੰ ਕੋਈ ਗੱਲ ਦੱਸਾਂ। ਇਹ ਸਾਨੂੰ ਇਹ ਪਤਾ ਨਹੀਂ ਲੱਗਦਾ। ਜੇ ਤੁਸੀਂ ਧਿਆਨ ਨਾਲ ਵਿਚਾਰੋ, ਸਾਨੂੰ ਜਦੋਂ ਭੁੱਖ ਲੱਗਦੀ ਹੈ, ਤੇ ਲੱਗਦੀ ਹੈ, ਸਾਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਭੁੱਖ ਤੇ ਲੱਗਦੀ ਹੈ, ਟੱਟੀ ਪਿਸ਼ਾਬ ਆਉਂਦਾ ਪਤਾ ਲੱਗ ਜਾਂਦਾ। ਪਰ ਜਦੋਂ ਅੰਦਰੋਂ ਇੱਕ ਗੱਲ ਆਈ ਹੁੰਦੀ ਹੈ ਨਾ ਕਰਨ ਵਾਲੀ, ਉਦੋਂ ਪਤਾ ਹੀ ਨਹੀਂ ਲੱਗਦਾ, ਉਹ ਧੱਕੇ ਨਾਲ ਮੂੰਹੋਂ ਨਿਕਲ ਜਾਂਦੀ। ਉਹ ਬੜਾ ਤਗੜਾ ਨੁਕਸਾਨ ਕਰਦੀ। ਉਹ ਗੋਲੀ ਅਗਲੇ ਨੂੰ ਵੱਜੇ ਨਾ ਵੱਜੇ, ਆਪਣੇ ਆਪ ਨੂੰ ਜ਼ਰੂਰ ਵੱਜ ਜਾਂਦੀ। ਸੋ ਕਈ ਗੱਲਾਂ ਤਾਂ ਚੁੱਪ ਰਿਹਾ ਹੀ ਗੁਜ਼ਾਰਾ ਹੋ ਸਕਦਾ। ਕੋਈ ਜ਼ਰੂਰੀ ਹੈ ਕਿ ਸੱਚ ਬੋਲਣਾ ਹੀ ਕੌੜਾ ਜਾਂ ਮਿੱਠਾ, ਇੱਕ ਵੱਖਰੀ ਗੱਲ ਹੈ ਬੋਲਣ। ਕਿਉਂਕਿ ਸਿੱਖ ਧਰਮ ਅਨੁਸਾਰ ਬਹੁਤਾ ਬੋਲਣਾ ਪਾਪ ਹੈ। ਔਰ ਵੈਸੇ ਸੱਚੇ ਪਾਤਸ਼ਾਹ ਦਾ ਵੀ ਬਚਨ ਹੈ ਕਿ ਬੋਲਤ ਬੋਲਤ ਵਧੇ ਵਿਕਾਰਾ। ਅਤੇ ਆਨੰਦ ਸਾਹਿਬ ਦੀ 14ਵੀਂ ਪੌੜੀ ਵਿੱਚ ਵੀ ਜਿੱਥੇ ਸੱਚੇ ਪਾਤਸ਼ਾਹ ਨੇ ਭਗਤਾ ਕੀ ਚਾਲ ਨਿਰਾਲੀ ਲਿਖਿਆ ਨਾ, ਉੱਥੇ ਲਿਖਿਆ ਕਿ ਥੋੜਾ ਬੋਲਣਾ। ਸੋ ਇੱਕ ਤਾਂ ਉਹ ਗੱਲ ਹੈ ਕਿ ਬੋਲਿਆ ਹੀ ਘੱਟ ਜਾਵੇ। ਜਿਹੜੀ ਗੱਲ ਆਖੇ ਤੋਂ ਬਿਨਾਂ ਗੁਜ਼ਾਰਾ ਹੁੰਦਾ ਹੈ ਉਹਦਾ ਉਂਝ ਹੀ ਗੁਜ਼ਾਰਾ ਕਰ ਲਿਆ ਜਾਵੇ। ਔਰ ਜਿਹੜੀ ਗੱਲ ਕਹਿਣੀ ਹੈ ਉਹ ਇਸ ਢੰਗ ਨਾਲ ਇਹੋ ਜਿਹੇ ਮੌਕੇ ਤੇ ਕਹੀ ਜਾਵੇ ਕਿ ਅਗਲਾ ਉਹ ਗੱਲ ਸੁਣ ਕੇ ਉਸ ਸੱਚ ਨੂੰ ਪਹੁੰਚਾ ਸਕੇ। ਕਿਉਂਕਿ ਸੱਚ ਜਿਹੜਾ ਹੈ ਨਾ, ਉਹ ਬੜੀ ਇੱਕ ਭਾਰੀ ਚੀਜ਼ ਹੁੰਦੀ ਹੈ। ਜਿਵੇਂ ਘਿਓ ਮੱਖਣ ਖੋਆ, ਉਹ ਪਚਦਾ ਨਹੀਂ ਸਾਰਿਆਂ ਨੂੰ, ਟੱਟੀਆਂ ਉਲਟੀਆਂ ਕਈਆਂ ਨੂੰ ਲੱਗ ਜਾਂਦੀਆਂ ਨੇ ਨਾ, ਸੱਚ ਨਾਲ ਵੀ ਟੱਟੀਆਂ ਉਲਟੀਆਂ ਲੱਗ ਜਾਂਦੀਆਂ ਨੇ। ਉਹਦੀ ਬਜਾਏ ਉਹ ਜਦੋਂ ਉਹਦਾ ਪਾਚਨ ਕਿਰਿਆ ਉਹਦੀ ਠੀਕ ਹੋਵੇ, ਉਦੋਂ ਸੱਚ ਬੋਲਿਆ ਜਾਵੇ। ਕਿਉਂ ਐਵੇਂ ਅੱਗੇ ਪਿੱਛੇ ਬੋਲ ਕੇ ਟੱਟੀਆਂ ਉਲਟੀਆਂ ਲਾਉਣੀਆਂ ਨੇ? ਤੇ ਉਹਨੂੰ ਉਹੋ ਜਿਹਾ ਬਣਾ ਕੇ ਦਿੱਤਾ ਜਾਵੇ, ਉਹੋ ਜਿਹੇ ਮਿਰਚ ਮਸਾਲੇ ਪਾ ਕੇ ਜਾਂ ਉਹੋ ਜਿਹੀ ਖੰਡ ਪਾ ਕੇ ਦਿੱਤਾ ਜਾਵੇ ਜਿਹੜਾ ਉਹਨੂੰ ਉਹ ਪਚ ਜਾਵੇ। ਉਹ ਫਿਰ ਇੱਕ ਹੋਰ ਗੱਲ ਹੈ
ਕਿ ਜਿਵੇਂ ਆਲੂਆਂ ਵਾਲਾ ਪਰੌਂਠਾ ਬਣਾਈਦਾ, ਇੱਕ ਤੇ ਬਣਾਉਂਦੇ ਨੇ ਕਿ ਉਹਨੂੰ ਪੇੜੇ ਦੇ ਵਿੱਚ ਇੱਕੋ ਹੀ ਪੇੜਾ ਕਰਕੇ ਵਿਚਾਲੇ ਆਲੂ ਰੱਖ ਕੇ ਉਹਨਾਂ ਨੂੰ ਗੋਲ ਕਰਕੇ ਤੇ ਉਹਨੂੰ ਬਣਾ ਦਿੰਦੇ ਨੇ। ਇੱਕ ਤਰੀਕਾ ਆਲੂਆਂ ਵਾਲਾ, ਮੂਲੀਆਂ ਵਾਲਾ ਪਰੌਂਠਾ ਬਣਾਉਂਦੇ ਨੇ ਦੋ ਤਰੀਕਿਆਂ ਨਾਲ। ਦੋ ਪੇੜੇ ਵੇਲ ਕੇ, ਦੋ ਪ੍ਰਸ਼ਾਦੇ ਬਣਾ ਕੇ ਵਿੱਚ ਰੱਖ ਕੇ ਤੇ ਉਹਨੂੰ ਬਣਾਇਆ ਜਾਂਦਾ। ਜੇ ਅਸੀਂ ਕੌੜੇ ਸੱਚ ਨੂੰ ਜਿਵੇਂ ਆਲੂਆਂ ਵਾਲੇ ਪਰੌਂਠੇ ਦੇ ਵਿੱਚ ਦੋ ਪ੍ਰਸ਼ਾਦਿਆਂ ਦੇ ਵਿੱਚ ਰੱਖ ਕੇ ਕਰਦੇ ਹਾਂ, ਉਸੇ ਤਰ੍ਹਾਂ ਕੌੜੇ ਸੱਚ ਨੂੰ ਅਸੀਂ ਦੋ ਮਿੱਠੀਆਂ ਗੱਲਾਂ ਦੇ ਵਿੱਚ ਕਰ ਦਈਏ, ਉਹਦੇ ਨਾਲ ਵੀ ਉਹਦੀ ਕੁੜੱਤਣ ਘੱਟ ਜਾਂਦੀ ਹੈ। ਭਾਵ ਜਿਵੇਂ ਅਸੀਂ ਪਹਿਲੋਂ ਸੋਭਾ ਕਰ ਦਈਏ ਕਿ ਤੇਰੀ ਆਹ ਵੀ ਗੱਲ ਬਹੁਤ ਚੰਗੀ, ਆਹ ਵੀ ਗੱਲ ਚੰਗੀ ਹੈ, ਉਹ ਸੋਭਾ ਕਰਕੇ ਉਹਨੂੰ ਪ੍ਰਸੰਨ ਕਰ ਦਈਏ। ਉਸ ਤੋਂ ਬਾਅਦ ਜਿਹੜੀ ਗੱਲ ਅਸੀਂ ਕਹਿਣੀ ਚਾਹੁੰਦੇ ਹਾਂ ਉਹ ਕਹਿ ਦਈਏ ਚੰਗੇ ਸੁਚੱਜੇ ਸ਼ਬਦਾਂ ਵਿੱਚ। ਉਸ ਤੋਂ ਬਾਅਦ ਫਿਰ ਇੱਕ ਮਿੱਠੀ ਗੱਲ ਕਰ ਦਈਏ, ਸੋਭਾ ਵਾਲੀ ਗੱਲ ਕਰ ਦਈਏ, ਜਿਹਦੇ ਨਾਲ ਉਹ ਖੁਸ਼ ਹੋ ਜਾਵੇ। ਉਹਦੇ ਨਾਲ ਵੀ ਕੌੜੇ ਸੱਚ ਦਾ ਅਸਰ ਬਹੁਤ ਘੱਟ ਸਕਦਾ। ਕੌੜੇ ਸੱਚ ਦੀ ਕੁੜੱਤਣ ਬਹੁਤ ਘੱਟ ਜਾਵੇਗੀ, ਜਾਂ ਉਹਨੂੰ ਉਹ ਕੁਝ ਹੱਦ ਤੱਕ ਪਚਣ ਦੀ ਸੰਭਾਵਨਾ ਹੋ ਜਾਂਦੀ। ਅਤੇ ਅਸੀਂ ਜੇ ਕਿਸੇ ਨੂੰ ਕੋਈ ਕੌੜਾ ਸੱਚ ਕਹਿਣਾ ਵੀ ਹੈ, ਰਾਹ ਜਾਂਦੇ ਨੂੰ, ਲੰਘਦਿਆਂ ਜਾਂਦਿਆਂ ਸਾਰਿਆਂ ਦੇ ਵਿੱਚ ਬੈਠਿਆਂ ਉਹ ਗੱਲ ਨਾ ਕਹੀਏ, ਵੱਖਰਿਆਂ ਕਰਕੇ ਕਹੀਏ, ਨਿਮਰਤਾ ਨਾਲ, ਪਿਆਰ ਨਾਲ ਕਹੀਏ। ਤੋ ਇਹ ਬੜੇ ਤਰੀਕੇ ਨੇ। ਪਰ ਇੱਕ ਗੱਲ ਸਿਰੇ ਦੀ ਇਹ ਹੈ ਕਿ ਆਪਣੇ ਜੋ ਮੇਰੇ ਵਿਚਾਰਾਂ ਦੇ ਵਿਰੁੱਧ ਹੈ, ਜਾਂ ਜਿਹੜੀ ਗੱਲ ਮੈਂ ਨਹੀਂ ਸੁਣਨੀ ਚਾਹੁੰਦਾ, ਜਦੋਂ ਉਹ ਗੱਲ ਮੈਨੂੰ ਸੁਣਾਓਗੇ, ਭਾਵੇਂ ਮੈਂ 90 ਗੱਲਾਂ ਪਹੁੰਚਾ ਜਾਵਾਂ, ਪਰ 10 ਗੱਲਾਂ ਤਾਂ ਕਿਤੇ ਨਾ ਕਿਤੇ ਫਿਰ ਉਹ ਗੜਬੜ ਕਰਨਗੀਆਂ ਹੀ ਕਰਨੀ। ਸਾਰੀਆਂ ਕੋਈ ਨਹੀਂ ਸੁਣਨ ਨੂੰ ਤਿਆਰ ਹੁੰਦਾ। ਤੋ ਇਸ ਕਰਕੇ ਮੇਰੀ ਇੰਨੀ ਬੇਨਤੀ ਹੈ ਕਿ ਸੋਚ ਸਮਝ ਕੇ ਸੱਚ ਬੋਲੋ। ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵਾਂ, ਚਾਰ ਕੁ ਬੰਦੇ ਰੱਖ ਲਾ ਮੋਢਾ ਤੇ। ਤੋ ਇਹ ਬੇਨਤੀ ਹੈ। ਦੂਸਰਾ, ਮੈਂ ਸਾਰੇ ਨਾਮਧਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਆਪਣੇ ਪੰਥ ਦਾ, ਆਪਣੀ ਸੰਗਤ ਦਾ ਪ੍ਰਚਾਰ ਕਰਿਆ ਕਰੋ। ਗਾਂ ਤੋਂ ਗਾਂ ਆਪਣੀਆਂ ਪੋਸਟਾਂ ਨੂੰ ਸ਼ੇਅਰ ਕਰਿਆ ਕਰੋ, ਆਪਣੀਆਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ, ਲਾਈਕ ਕਰੋ। ਅਤੇ ਜਿਹੜਾ ਕੋਈ ਸਾਨੂੰ ਗਾਲਾਂ ਕੱਢਦਾ, ਸਾਡੇ ਵਿਰੁੱਧ ਕੋਈ ਬੋਲਦਾ, ਉਹਨਾਂ ਸਾਰਿਆਂ ਨੂੰ ਮਿੱਠੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਉੱਤਰ ਜ਼ਰੂਰ ਦਿਆ ਕਰੋ। ਜਿੰਨੇ ਵੀ ਫੇਸਬੁੱਕ ਤੇ ਤੁਸੀਂ ਕੋਈ ਨਾ ਕੋਈ ਵਹਿੰਦੇ ਕਰਦੇ ਹੋ, ਸਟੇਟਸ ਅਪਡੇਟ ਕੀਤਾ ਜਾਂ ਨਾ ਕੀਤਾ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਅੱਜ ਨੱਕ ਸੁਣਕਿਆ ਸੀ ਕਿ ਨਹੀਂ ਸੀ ਸੁਣਕਿਆ। ਨੱਕ ਸੁਣਕਿਆ ਮੇਰੀ ਗੱਲ ਨਿਬੜ ਗਈ ਸੀ, ਇਹ ਗੱਲ ਦੱਸਣ ਦੀ ਇੱਡੀ ਕੋਈ ਨਹੀਂ ਜ਼ਰੂਰੀ ਹੁੰਦੀ। ਪਰ ਕੋਈ ਮਤਲਬ ਦੀ ਗੱਲ ਜਿਹੜੀ ਹੈ ਉਹ ਜ਼ਰੂਰ ਕਰਿਆ ਕਰੋ। ਤੇ ਹੁਣ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਾਂਗਾ ਕਿ ਇਹ ਸੋਚ ਬਣਾਓ ਕਿ ਮੈਂ ਸਿੱਖ ਹਾਂ, ਸਿੱਖ ਪੰਥ ਸਰਵੋਤਮ ਹੈ, ਤੇ ਅਸੀਂ ਸਾਰੇ ਸੰਸਾਰ ਵਿੱਚ ਫੈਲਾਉਣਾ। ਸਤਿਗੁਰੂ ਨਾਨਕ ਪਾਤਸ਼ਾਹ ਦਾ ਰਾਜ ਸਾਰੇ ਸੰਸਾਰ 'ਚ ਹੋਣਾ ਚਾਹੀਦਾ, ਤਾਂ ਕਿ ਸਭ ਪਾਸੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਹੋਵੇ। ਇਹਨਾਂ ਸ਼ਬਦਾਂ ਨਾਲ ਹੀ ਮੈਂ ਸਮਾਪਤ ਕਰਦਾ। ਸਤਿ ਸ੍ਰੀ